ਇਹ ਜੋ ਪੰਗਤੀਆਂ ਲਿਖ ਭੇਜੀਆਂ ਹਨ, ਇਹਨਾਂ ਨੂੰ ਧਾਰਮਿਕ ਲੋਕ ਬਹੁਤ ਪੜ੍ਹਦੇ ਹਨ, ਸੁਣਦੇ ਵੀ ਹਨ, ਪਰ ਸਮਝਦਾ ਕੋਈ ਨਹੀਂ ਹੈ। ਪਰ ਤੁਸੀਂ ਨਾ ਵਾਂਝੇ ਰਹਿ ਜਿਓ, ਥੋੜਾ ਜਿਹਾ ਖਿਆਲ ਕਰੋ। मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गरबास न परिया रे। गुरु नानक जिन सुनिया फिर पेखिया। पेखिया ਦਾ ਭਾਵ ਹੈ ਦੇਖਿਆ। ਦੇਖਿਆ ਉਹਨੇ ਜਿਹਨੇ ਪਹਿਲਾਂ ਸੁਣਿਆ। ਤੇ ਸੁਣਨ ਦਾ ਅਰਥ ਸਿਰਫ ਕੰਨਾਂ ਦੁਆਰਾ ਨਹੀਂ ਹੁੰਦਾ ਹੈ। ਇੱਥੇ ਉਹ ਭਾਵ ਨਹੀਂ ਹੈ ਸੁਣਨ ਦਾ, ਖਿਆਲ ਵਿੱਚ ਰੱਖੋ। ਕੰਨਾਂ ਦੁਆਰਾ ਸੁਣਿਆ ਤੇ ਸੁਣਿਆ ਹੀ ਨਹੀਂ ਹੈ। ਸੁਣਿਆ ਹੀ ਉਹ ਹੁੰਦਾ ਹੈ ਜਿਹੜਾ ਮੰਨਿਆ ਗਿਆ ਹੋਵੇ। ਤੁਸੀਂ ਅਕਸਰ ਐਸਾ ਕਹਿੰਦੇ ਵੀ ਹੋ ਨਾ ਵੀ ਤੂੰ ਮੇਰੀ ਗੱਲ ਸੁਣੀ ਨਹੀਂ। ਸੁਣੀ ਤੇ ਸੀ ਉਹਨੇ ਪਰ ਮੰਨੀ ਨਹੀਂ, ਤੇ ਤੁਸੀਂ ਕਹਿੰਦੇ ਸੁਣੀ ਨਹੀਂ, ਮੈਂ ਕੀ ਕਿਹਾ ਸੀ। ਇਹਦਾ ਭਾਵ ਸੁਣਿਆ ਵੀ ਉਹ ਸੁਣਿਆ ਹੁੰਦਾ ਹੈ ਜਿਹੜਾ ਮੰਨਿਆ, ਤੇ ਮੰਨਿਆ ਵੀ ਉਹ ਮੰਨਿਆ ਹੁੰਦਾ ਹੈ ਜਿਹੜਾ ਅਮਲ ਵਿੱਚ ਆ ਜਾਵੇ। ਜਿਹੜਾ ਅਮਲ ਵਿੱਚ ਨਹੀਂ ਆਇਆ ਹੈ ਉਹ ਮੰਨਿਆ ਵੀ ਕਿਵੇਂ ਮੰਨਿਆ ਹੋ ਗਿਆ। ਤੇ ਇਸ ਦਾ ਭਾਵ ਹੈ ਵੀ ਪਹਿਲਾਂ ਸੁਣਿਆ, ਫਿਰ ਮੰਨਿਆ, ਫਿਰ ਮਨ ਕੀਤਾ ਭਾਵ, ਫਿਰ ਗੁਰੂ ਦੇ ਦਰਸ਼ਨ ਹੋਏ, ਦੀਦਾਰ ਹੋਏ, ਤੇ ਅੰਤਰਗਤ ਤੀਰਥ ਮਲ ਨਾਓ। ਉੱਥੇ ਗੁਰੂ ਦੇ ਮਾਨ ਸਰੋਵਰ 'ਤੇ ਇਸ਼ਨਾਨ ਹੋ ਗਏ। ਉਹ ਅੰਦਰਲੇ ਗੁਰ ਤੀਰਥ 'ਤੇ ਇਸ਼ਨਾਨ ਕਰਨ ਵਾਸਤੇ ਕਹਿ ਰਹੇ ਹਨ, ਪਰ ਲੋਕ ਬਾਹਰਲੇ ਜੋ ਗੁਰ ਤੀਰਥ ਸਥਾਨ ਬਣਾ ਲਏ ਹਨ ਉਹਨਾਂ 'ਤੇ ਇਸ਼ਨਾਨ ਕਰ ਰਹੇ ਹਨ। ਤੇ ਉਹਨੂੰ ਗੁਰ ਤੀਰਥ ਇਸ਼ਨਾਨ ਕਹਿੰਦੇ ਹਨ ਵੀ ਇਸ਼ਨਾਨ ਕਰ ਆਏ ਆ ਗੁਰੂ ਦੇ ਤੀਰਥ ਦਾ। ਨਹੀਂ, ਉਹ ਬਾਹਰਲੀ ਗੱਲ ਨਹੀਂ ਕਰ ਰਹੇ ਹਨ। ਫਿਰ ਬਾਹਰਲੇ ਗੁਰੂ ਦਾ ਦਰਸ਼ਨ ਤੇ ਤੁਹਾਨੂੰ ਬਿਨਾਂ ਸੁਣਿਆ ਵੀ ਹੋ ਹੀ ਜਾਂਦਾ ਹੈ ਨਾ, ਤੇ ਉਸ ਗੁਰੂ ਬਾਰੇ ਵੀ ਨਹੀਂ ਕਹਿ ਰਹੇ ਹਨ ਜਿਹਦਾ ਬਾਹਰੋਂ ਦਰਸ਼ਨ ਹੋ ਰਿਹਾ ਹੈ ਤੁਹਾਨੂੰ। ਤੁਸੀਂ ਇਉਂ ਸਮਝ ਲਵੋ ਵੀ ਬਾਬਾ ਨਾਨਕ ਜਦੋਂ ਸਰੀਰ ਕਰਕੇ ਮੌਜੂਦ ਸਨ, ਉਦੋਂ ਕਿਸੇ ਨੂੰ ਗੁਰੂ ਨਾਨਕ ਦਿਖਦਾ ਥੋੜ੍ਹੀ ਸੀ, ਬਲਕਿ ਉਹਨਾਂ ਦੇ ਜਿਹੜੇ ਪਰਵਰਿਸ਼ ਕਰ ਰਹੇ ਸਨ, ਦੇਖੋ ਤੁਸੀਂ ਕਮਾਲ ਦੀ ਗੱਲ, ਮਾਤਾ ਪਿਤਾ, ਉਹਨਾਂ ਨੂੰ ਵੀ ਨਹੀਂ ਦਿਖ ਰਿਹਾ ਹੈ। ਨਹੀਂ ਦਿਖਿਆ ਸੀ, ਇਸੇ ਕਰਕੇ ਤੇ ਕਰੋਧੀ ਹੁੰਦੇ ਸਨ, ਉਹਨਾਂ 'ਤੇ ਗੁੱਸੇ ਹੁੰਦੇ ਸਨ, ਚਪੇੜਾਂ ਮਾਰਦੇ ਸਨ। ਤੇ ਉਹ ਬਾਹਰਲਾ ਆਕਾਰ ਹੀ ਦੇਖ ਰਹੇ ਸਨ ਨਾ, ਤੇ ਆਕਾਰ ਤੇ ਗੁਰੂ ਨਹੀਂ ਹੈ ਨਾ। ਜੇ ਆਕਾਰ ਹੀ ਗੁਰੂ ਸੀ ਤੇ ਆਕਾਰ ਤੇ ਮਰ ਜਾਂਦਾ, ਮਿਟ ਜਾਂਦਾ, ਤੇ ਗੁਰੂ ਤੇ ਅਮਰ ਹੈ। ਤੇ ਜਿੰਨੇ ਵੀ ਉਹਨਾਂ ਦੇ ਉਸ ਸਮੇਂ ਕੋਲੇ ਰਹਿਣ ਵਾਲੇ ਸਨ ਜ਼ਿਆਦਾਤਰ, ਉਹ ਉਹਨਾਂ ਨੂੰ ਬਾਹਰੋਂ ਦੇਖ ਰਹੇ ਸਨ, ਤੇ ਬਾਹਰੋਂ ਬਿਨਾਂ ਉਹਨਾਂ ਦੇ ਉਪਦੇਸ਼ ਸੁਣਨ ਤੋਂ ਵੀ ਉਹ ਦੇਖ ਹੀ ਰਹੇ ਸਨ ਨਾ।
ਤੇ ਜੋ ਉਪਦੇਸ਼ ਸੁਣਨ ਤੋਂ ਬਿਨਾਂ ਬਾਹਰੋਂ ਦੇਖ ਰਹੇ ਸਨ, ਉਹ ਗੁਰੂ ਨੂੰ ਥੋੜ੍ਹੀ ਦੇਖ ਰਹੇ ਸਨ। ਗੁਰੂ ਬਾਹਰ ਕੋਈ ਆਕਾਰ ਥੋੜ੍ਹੀ ਹੈ, ਗੁਰੂ ਨਿਰਾਕਾਰ ਹੈ। ਤੇ ਨਿਰਾਕਾਰ ਨੂੰ ਦੇਖਣ ਵਾਸਤੇ ਇੱਕ ਹੋਰ ਤੀਸਰੀ ਅੱਖ ਦੀ ਜ਼ਰੂਰਤ ਹੁੰਦੀ ਹੈ, ਜਿਹਨੂੰ ਤੀਸਰਾ ਨੇਤਰ ਕਿਹਾ ਹੈ। ਧਿਆਨ ਦੀ ਅੱਖ ਕਹਿ ਲਓ। ਉਹ ਅੱਖੀਆਂ ਬੇਅੰਨ ਜਿੰਨੀ ਦਸੰਦੜੋ ਮਾਂ ਪੀੜੀ, ਕਹਿੰਦੇ ਉਹ ਅੱਖਾਂ ਹੋਰ ਹਨ ਜਿਨ੍ਹਾਂ ਨਾਲ ਪਿਆਰਾ ਦਿਸਦਾ ਹੈ। ਤੇ ਬਾਹਰਲੀਆਂ ਅੱਖਾਂ ਨਾਲ ਜਿਹੜਾ ਦਿਖ ਰਿਹਾ ਹੈ ਉਹ ਪਿਆਰਾ ਨਹੀਂ ਹੈ, ਉਹ ਗੁਰੂ ਨਹੀਂ ਹੈ। ਤੇ ਗੁਰੂ ਉਦੋਂ ਦਿਖਦਾ ਹੈ ਜਦੋਂ ਉਹ ਤੀਸਰਾ ਨੇਤਰ ਖੁੱਲ੍ਹ ਜਾਂਦਾ ਹੈ। ਤੇ ਉਹ ਤੀਸਰਾ ਨੇਤਰ ਉਦੋਂ ਖੁੱਲ੍ਹਦਾ ਹੈ ਜਦੋਂ ਪਹਿਲਾਂ ਕੋਈ ਗੁਰੂ ਨੂੰ ਧਿਆਨਪੂਰਕ ਪਿਆਰ ਨਾਲ ਸੁਣਦਾ ਹੈ, ਫਿਰ ਸਮਝਦਾ ਹੈ, ਮਨਨ ਕਰਦਾ ਹੈ, ਫਿਰ ਨਿਧਿਆਸਨ ਉਹਦੇ 'ਤੇ ਅਮਲ ਕਰਦਾ ਹੈ। ਤੇ ਜਦੋਂ ਕੋਈ ਅਮਲ ਕਰਦਾ ਹੈ ਨਾ, ਉਹਨੂੰ ਪ੍ਰਤੀਤੀ ਹੁੰਦੀ ਹੈ, ਫਿਰ ਭਾਵਨਾ ਪੈਦਾ ਹੁੰਦੀ ਹੈ। ਪਹਿਲਾਂ ਸੁਣਿਆ, ਫਿਰ ਮੰਨਿਆ, ਮਨ ਕੀਤਾ ਭਾਵ, ਭਾਵਨਾ ਪੈਦਾ ਹੋਈ। ਫਿਰ ਗੁਰੂ ਦੇ ਅੰਦਰ ਦਰਸ਼ਨ ਦੀਦਾਰੇ ਹੋਏ। ਤੇ ਜਦੋਂ ਉਹ ਦਰਸ਼ਨ ਹੁੰਦੇ ਹਨ ਨਾ ਅੰਦਰੋਂ ਗੁਰੂ ਦੇ, ਤਾਂ ਉਹ ਐਸੇ ਨਹੀਂ ਹੁੰਦੇ ਹਨ ਜਿਸ ਤਰ੍ਹਾਂ ਦੇ ਲੋਕ ਦੱਸਦੇ ਹਨ ਜਾਂ ਸਮਝਦੇ ਹਨ। ਅੰਦਰ ਆਕਾਰ ਰਹਿਤ ਗੁਰੂ ਦੇ ਦਰਸ਼ਨ ਹੁੰਦੇ ਹਨ, ਨਿਰਾਕਾਰ। ਹੁਣ ਜਿਨ੍ਹਾਂ ਨੂੰ ਕਲਪਨਾ ਕਰਕੇ ਗੁਰੂ ਨਾਨਕ ਦੇਵ ਜੀ ਦਾ ਜਾਂ ਕਿਸੇ ਦਾ ਵੀ ਪ੍ਰਭੂ ਦੇ ਪਿਆਰੇ ਦਾ ਆਕਾਰ ਨਜ਼ਰ ਆ ਰਿਹਾ ਹੈ, ਤੋ ਤੇ ਕਲਪਨਾ ਦੇ ਆਕਾਰ ਦੇ ਵਿੱਚ ਕੈਦ ਹੈ, ਉਹ ਗੁਰੂ ਥੋੜ੍ਹੀ ਹੋ ਸਕਦਾ। ਕੋਈ ਫੋਟੋ ਦੇ ਫਰੇਮ ਦੇ ਵਿੱਚ ਕੈਦ ਹੈ, ਉਹ ਗੁਰੂ ਥੋੜ੍ਹੀ ਹੈ, ਉਹਦੇ ਚਿੱਤਰ ਹੈ, ਰੰਗਾਂ ਦੇ ਵਿੱਚ ਕੈਦ। ਜਿਹੜਾ ਬਾਹਰ ਮੂਰਤੀ ਦੇ ਵਿੱਚ ਬਣਿਆ ਹੋਇਆ ਹੈ, ਪੱਥਰ ਦੀ ਜਾਂ ਕਿਸੇ ਧਾਤੂ ਦੀ ਮੂਰਤੀ 'ਚ, ਉਹ ਗੁਰੂ ਥੋੜ੍ਹੀ ਹੈ। ਉਹ ਤੇ ਸਾਹਮਣੇ ਇਹਨਾਂ ਜੜ ਅੱਖਾਂ ਦੇ ਨਾਲ ਦਿਖ ਰਿਹਾ ਹੈ, ਤੇ ਜਿਹੜਾ ਜੜ ਅੱਖਾਂ ਦੇ ਨਾਲ ਦਿਖ ਜਾਂਦਾ ਹੈ ਉਹ ਤੇ ਮਿਟਣ ਵਾਲਾ ਹੈ ਨਾ। ਤੇ ਜਿਹੜਾ ਕਾਗਜ਼ ਦੇ ਉੱਪਰ ਲਿਖਿਆ ਹੋਇਆ ਹੈ ਉਹ ਗੁਰੂ ਨਹੀਂ ਹੈ, ਜਾਂ ਚਿੱਤਰ ਬਣਿਆ ਹੋਇਆ ਹੈ। ਕਿਉਂਕਿ ਜੋ ਵੀ ਬਾਹਰ ਦਿਖਦਾ ਹੈ ਤੁਹਾਨੂੰ ਇਹਨਾਂ ਸਥੂਲ ਅੱਖਾਂ ਨਾਲ, ਉਹ ਸੱਤ ਨਹੀਂ ਹੈ। ਦ੍ਰਿਸ਼ਟਮਾਨ ਹੈ ਸਗਲ ਮਥਿਨ, ਉਹ ਮਿਥਿਆ ਹੈ। ਮਿਥਿਆ ਦਾ ਭਾਵ ਮਿਟ ਰਿਹਾ ਹੈ ਤੇ ਮਿਟ ਹੀ ਜਾਵੇਗਾ ਆਖਰਕਾਰ। ਤੇ ਜਿਹੜਾ ਮਿਟ ਜਾਵੇਗਾ ਉਹ ਗੁਰੂ ਥੋੜ੍ਹੀ ਹੈ। ਗੁਰੂ ਅਮਿਟ ਹੈ, ਇਸੇ ਕਰਕੇ ਗੁਰੂ ਨੂੰ ਪਰਮਾਤਮਾ ਕਿਹਾ ਹੈ। ਗੁਰ ਪਰਮੇਸ਼ਰ ਏਕੋ ਜਾਨ, ਜਾਮੇ ਭੇਤ ਰੰਗ ਪਹਿਚਾਨ। ਕਹਿੰਦੇ ਹਨ ਰੰਚਕ ਜਿੰਨਾ ਵੀ ਭੇਦ ਨਹੀਂ ਹੈ। ਹੁਣ ਫੇਰ ਖਿਆਲ ਕਰੋ, ਜਿਨ੍ਹਾਂ ਨੇ ਬਾਹਰੋਂ ਗੁਰੂ ਨੂੰ ਦੇਖਿਆ, ਬਾਹਰੋਂ ਭਾਵੇਂ ਸਰੀਰ ਗੁਰੂ ਦਾ ਦੇਖ ਲਿਆ, ਉਹਨਾਂ ਨੇ ਗੁਰੂ ਨੂੰ ਦੇਖਿਆ ਹੀ ਨਹੀਂ। ਇਸ ਕਰਕੇ ਉਹ ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿਣਗੇ।
ਰੋਜ਼ ਪੜ੍ਹਦੇ ਹਨ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੁਣ ਇਹ ਦਰਸ਼ਨ ਕਿਹਨੂੰ ਕਹਿੰਦੇ ਆ? ਬਾਹਰ ਜੋ ਦਿਖ ਰਿਹਾ ਉਹਨੂੰ ਦੇਖ ਕੇ ਜਨਮ ਮਰਨ ਤੋਂ ਛੁਟਕਾਰਾ ਥੋੜ੍ਹੀ ਹੁੰਦਾ। ਫਿਰ ਦਰਸ਼ਨ ਪਰਸੀਏ ਕਿਹਾ ਹੈ। ਇੱਕ ਤੇ ਹੈ ਦੇਖਣਾ, ਇੱਕ ਹੈ ਸਪਰਸ਼ ਕਰਨਾ। ਅੰਦਰੋਂ ਸਪਰਸ਼ ਵੀ ਹੁੰਦਾ ਹੈ ਤੇ ਦਿਖਦਾ ਵੀ ਹੈ। ਇੱਕ ਮਿਕ ਹੁੰਦਾ ਹੈ, ਅੰਦਰ ਏਕਤਾ ਦਾ ਅਨੁਭਵ ਹੁੰਦਾ ਹੈ ਗੁਰੂ ਦੇ ਨਾਲ। ਤੇ ਜਿਨ੍ਹਾਂ ਦਾ ਅੰਦਰੋਂ ਏਕਤਾ ਦਾ ਅਨੁਭਵ ਹੋਵੇਗਾ ਉਹਨਾਂ ਦਾ ਹੀ ਜਨਮ ਮਰਨ ਤੋਂ ਛੁਟਕਾਰਾ ਹੋਵੇਗਾ ਨਾ। ਜਨਮ ਮਰਨ ਦੁੱਖ ਜਾਏ, ਦੁੱਖਾਂ ਤੋਂ ਛੁਟਕਾਰਾ। ਫਿਰ ਖਿਆਲ ਵਿੱਚ ਰੱਖਿਓ, ਵਾਸਤਵਿਕ ਗੁਰੂ ਦਾ ਦਰਸ਼ਨ ਓਨਾ ਚਿਰ ਨਹੀਂ ਹੁੰਦਾ ਹੈ ਜਿੰਨਾ ਚਿਰ ਉਹ ਜੋ ਕਹਿ ਰਿਹਾ ਹੈ ਉਹਨੂੰ ਸੁਣਿਆ ਨਹੀਂ। ਤੇ ਜਿਹਨੇ ਮੰਨਿਆ ਨਹੀਂ ਉਹਨੇ ਸੁਣਿਆ ਨਹੀਂ, ਤੇ ਮੰਨਿਆ ਉਹਨੇ ਜਿਹਦੇ ਅੰਦਰ ਭਾਵਨਾ ਪੈਦਾ ਹੋਊਗੀ, ਪ੍ਰੇਮ ਪੈਦਾ ਹੋਊਗੀ। ਫਿਰ ਪ੍ਰੇਮ ਦੀ ਅੱਖ ਦੇ ਨਾਲ ਗੁਰੂ ਦਿਖਦਾ ਹੈ। ਤੋ ਉਹ ਜਿਹੜਾ ਪ੍ਰੇਮ ਦੀ ਅੱਖ ਨਾਲ ਦਿਖਦਾ ਹੈ ਨਾ, ਉਹਨੂੰ ਦੇਖਣ ਵਾਸਤੇ ਬਾਹਰਲੀਆਂ ਅੱਖਾਂ ਦੀ ਕੋਈ ਲੋੜ ਨਹੀਂ ਹੈ। ਤੁਸੀਂ ਖੋਲ੍ਹੇ ਹੀ ਰੱਖੋ ਕਿ ਬੰਦ ਰੱਖੋ, ਕਿਉਂਕਿ ਉਹ ਇਹਨਾਂ ਅੱਖਾਂ ਤੋਂ ਬਗੈਰ ਦਿਖਦਾ ਹੈ। ਤੇ ਜਿਹੜਾ ਇਹਨਾਂ ਅੱਖਾਂ ਤੋਂ ਬਗੈਰ ਦਿਖਦਾ ਹੈ ਉਹ ਹੀ ਵਾਸਤਵਿਕ ਹੈ। ਹੁਣ ਜਿਨ੍ਹਾਂ ਨੂੰ ਇਹਨਾਂ ਅੱਖਾਂ ਨਾਲ ਦਿਖ ਰਿਹਾ ਹੈ, ਅਗਰ ਉਹ ਅੰਨੇ ਹੋ ਜਾਣ ਤੇ ਫਿਰ ਦਿਖੇਗਾ ਹੀ ਨਹੀਂ। ਫਿਰ ਸਰੀਰ ਮਰੇਗਾ ਤੇ ਅੱਖਾਂ ਵੀ ਤਾਂ ਮਰਨਗੀਆਂ, ਤੇ ਫਿਰ ਦਿਖਣ ਵਾਲਾ ਗੁਰੂ ਵੀ ਨਹੀਂ ਦਿਖੇਗਾ। ਤੇ ਜਿਨ੍ਹਾਂ ਨੂੰ ਇਹ ਸਥੂਲ ਅੱਖਾਂ ਤੋਂ ਬਗੈਰ ਅੰਦਰ ਸੂਖਸ਼ਮ ਅੱਖਾਂ ਨਾਲ, ਉਹ ਤੀਸਰੀ ਅੱਖ ਕਹਿ ਲਓ, ਧਿਆਨ ਦੀ ਅੱਖ ਕਹਿ ਲਓ, ਉਹਦੇ ਨਾਲ ਪ੍ਰੇਮ ਦੀ ਅੱਖ ਨਾਲ ਦਿਖਦਾ ਹੈ ਨਾ, ਉਹ ਫਿਰ ਦਿਖਦਾ ਹੀ ਰਹਿੰਦਾ, ਉਹਦੇ ਨਾਲ ਇੱਕ ਮਿਕ ਹੋ ਜਾਂਦਾ। ਉਹ ਹੀ ਗੁਰੂ ਦਾ ਵਾਸਤਵਿਕ ਸਰੂਪ ਹੈ, ਨਿਰਗੁਣ ਸਰੂਪ। ਕਿਉਂਕਿ ਸਰਗੁਣ ਸਰੂਪ ਤੇ ਮਿਟ ਜਾਂਦੇ ਹਨ, ਤੇ ਜਿਹੜਾ ਮਿਟ ਜਾਂਦਾ ਹੈ ਉਹਦੇ ਨਾਲ ਗੁਰੂ ਥੋੜ੍ਹੀ ਜੋੜਦਾ। ਮੈਨੂੰ ਕਈ ਵਾਰ ਖਿਆਲ ਆਉਂਦਾ ਹੈ ਵੀ ਗੁਰੂ ਅਰਜਨ ਦੇਵ ਜੀ ਨੇ ਗੁਰੂਆਂ ਦਾ ਉਪਦੇਸ਼ ਲਿਖਵਾਇਆ, ਵੀ ਗੁਰੂਆਂ ਦੀਆਂ ਤਸਵੀਰਾਂ ਵੀ ਬਣ ਸਕਦੀਆਂ ਸਨ, ਉਹ ਨਹੀਂ ਬਣਾਈਆਂ। ਉਸ ਸਮੇਂ ਮੂਰਤੀਕਾਰ ਬਹੁਤ ਸਨ, ਤੇ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਬਣਾ ਦਿੰਦੇ, ਉਹ ਨਹੀਂ ਬਣਾਈ, ਕਿਉਂਕਿ ਉਹ ਆਕਾਰ ਦੇ ਨਾਲ ਨਹੀਂ ਸੀ ਨਾ ਜੋੜਨਾ ਚਾਹੁੰਦੇ। ਉਹਨਾਂ ਨੇ ਤੇ ਇਤਿਹਾਸ ਵੀ ਨਹੀਂ ਲਿਖਵਾਇਆ, ਕਿਉਂਕਿ ਇਤਿਹਾਸ ਵੀ ਸਥੂਲ ਦਾ ਹੁੰਦਾ ਹੈ, ਤੇ ਇਤਿਹਾਸ ਦੁਆਰਾ ਵੀ ਸਥੂਲ ਦੇ ਨਾਲ ਹੀ ਜੁੜਦਾ ਹੈ ਇਤਿਹਾਸ ਨੂੰ ਪੜ੍ਹਨ ਵਾਲਾ। ਤੇ ਸਥੂਲ ਨਾਲ ਜੁੜਨਾ ਸਿਖਾਲਾ ਹੈ, ਕਿਉਂਕਿ ਗੁਰੂਆਂ ਦੇ ਉਪਦੇਸ਼ ਦੀ ਮੰਨਣ ਦੀ ਲੋੜ ਨਹੀਂ ਹੈ, ਅਮਲ ਕਰਨ ਦੀ ਲੋੜ ਨਹੀਂ ਹੈ। ਤੇ ਉਹਨਾਂ ਦੇ ਆਕਾਰ ਜਿੱਥੇ ਜਿੱਥੇ ਹੋਏ ਹਨ ਉੱਥੇ ਉੱਥੇ ਉਹ ਸਥਾਨ ਬਣਾ ਲੈਂਦਾ ਹੈ, ਤੇ ਉਹਨਾਂ ਸਥਾਨਾਂ ਦੇ ਨਾਲ ਜੁੜ ਜਾਂਦਾ ਹੈ, ਤੇ ਉਹਨਾਂ ਸਥਾਨਾਂ ਨੂੰ ਗੁਰ ਸਥਾਨ ਕਹਿੰਦਾ ਹੈ। ਤੇ ਉੱਥੇ ਇਸ਼ਨਾਨ ਕਰ ਲਾਉਂਦਾ ਹੈ ਤੇ ਕਹਿ ਦਿੰਦਾ ਵੀ ਹੋ ਗਿਆ ਤੀਰਥ ਇਸ਼ਨਾਨ। ਨਹੀਂ, ਕਹਿੰਦੇ ਹਨ ਨਾ, ਤੀਰਥ ਬਰਤਾਰ ਦਾਨ ਕਰ, ਮਨ ਮਹਿ ਧਰੇ ਗੁਮਾਨ, ਨਾਨਕ ਨਿਹ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ।
ਜਿਵੇਂ ਹਾਥੀ ਮਿੱਟੀ ਪਾ ਲੈਂਦਾ, ਇੱਦਾਂ ਲੋਕ ਮਿੱਟੀ ਪਾ ਕੇ ਆਉਂਦੇ ਹਨ ਤੀਰਥਾਂ 'ਤੇ ਜਾ ਕੇ, ਇਸ਼ਨਾਨ ਕਰਕੇ, ਦਾਨ ਪੁੰਨ ਕਰਕੇ ਵੀ ਉੱਥੇ ਨਾਂ ਲਿਖਵਾਉਂਦੇ ਹਨ, ਸਰੂਪਾ ਲੈਂਦੇ ਹਨ ਵੀ ਅਸੀਂ ਕੁਛ ਕੀਤਾ ਹੈ। ਮਿੱਟੀ ਪਾ ਲਈ, ਖੇਹ ਪਾ ਲਈ, ਹੋਰ ਜੰਮ ਗਈ ਮੈਲ ਮਨ 'ਤੇ, ਕੰਮ ਉਲਟਾ ਹੋ ਗਿਆ। ਬਾਹਰਲੇ ਤੀਰਥਾਂ ਨਾਲ ਸਵੱਛ ਥੋੜ੍ਹੀ ਹੁੰਦਾ ਹੈ, ਮਨ ਮੈਲਾ ਹੁੰਦਾ ਹੈ। ਬਾਹਰਲੇ ਤੀਰਥ ਤੀਰਥ ਹੀ ਨਹੀਂ ਹਨ, ਵਾਸਤਵਿਕ ਤੀਰਥ ਹੀ ਅੰਦਰ ਹੈ। ਤਦੇ ਕਿਹਾ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅਤੇ ਸ਼ਬਦ ਨੂੰ ਸੁਣ ਕੇ ਵਿਚਾਰ ਕੇ ਅੰਤਰ ਮਨਨ ਕਰਕੇ, ਮਨਨ ਕੀਤਿਆਂ ਹੀ ਗਿਆਨ ਹੁੰਦਾ ਹੈ ਵੀ ਗੁਰ ਤੀਰਥ ਅੰਦਰ ਹੀ ਹੈ, ਬਾਹਰ ਨਹੀਂ ਹੈ। ਇਹਦਾ ਗਿਆਨ, ਵਾਸਤਵਿਕ ਤੀਰਥ ਦਾ ਗਿਆਨ ਹੁੰਦਾ ਹੈ ਅੰਦਰ ਜਾ ਕੇ। ਇਸੇ ਕਾਰਨ ਤਾਂ ਕਿਹਾ ਹੈ ਅੰਤਰਗਤ ਤੀਰਥ ਮਲ ਨਾਓ। ਅੰਤਰਗਤ, ਅੰਤਰ ਨੂੰ ਗਤੀ ਕਰੋ, ਅੰਦਰ ਨੂੰ ਜਾਓ, ਅੰਤਰ ਨੂੰ ਚਾਲੇ ਪਾਓ, ਅਤੇ ਅੰਦਰਲੇ ਤੀਰਥ 'ਤੇ ਮਲ ਮਲ ਨਾਓ। ਮਨ ਦੀ ਮੈਲ ਉਤਰੇਗੀ, ਸਵੱਛ ਹੋਵੇਗਾ, ਅਤੇ ਉਸ ਸਵੱਛ ਮਨ ਦੇ ਨਾਲ ਫਿਰ ਗੁਰੂ ਦੇ ਦਰਸ਼ਨ ਦਿਦਾਰੇ ਹੁੰਦੇ। ਜਿਵੇਂ ਕਹਿੰਦੇ ਨੇ ਅੱਖਾਂ ਮੂਹਰੇ ਜਾਲਾ ਆਇਆ ਹੋਵੇ ਤੇ ਸਾਫ਼ ਨਹੀਂ ਦਿਖਦਾ, ਇੱਦਾਂ ਹੀ ਮਨ ਰੂਪੀ ਦਰਪਣ ਉੱਪਰ ਜੋ ਉਹ ਮੈਲ ਲੱਗੀ ਹੋਈ ਹੈ ਨਾ, ਉਹਦਾ ਕਰਕੇ ਸਾਫ਼ ਨਹੀਂ ਦਿਖਦਾ। ਜਦੋਂ ਮੈਲ ਉਤਰ ਜਾਂਦੀ ਹੈ, ਸਾਫ਼ ਹੋ ਜਾਂਦਾ, ਸਵੱਛ ਹੋ ਜਾਂਦਾ, ਨਿਰਮਲ ਹੋ ਜਾਂਦਾ, ਖਾਲਸ ਹੋ ਜਾਂਦਾ ਹੈ, ਕੋਰਾ ਹੋ ਜਾਂਦਾ ਹੈ, ਉਦੋਂ ਦਰਸ਼ਨ ਦਿਦਾਰੇ ਹੁੰਦੇ ਹਨ ਗੁਰੂ। ਅਤੇ ਉਦੋਂ ਹੀ ਗੁਰੂ ਨਾਮ ਦਿੰਦਾ ਹੈ ਜਾਂ ਗੁਰੂ ਮਿਲ ਜਾਂਦਾ ਹੈ। ਫਿਰ ਜਨਮ ਮਰਨ ਦੁੱਖ ਜਾਏ।